CBSE बोर्ड के ਵੱਲੋਂ ਪੰਜਾਬੀ ਬੋਲੀ ਨੂੰ ਮੁੱਖ ਵਿਸ਼ਿਆਂ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ। ਤੁਹਾਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਮੁੱਦੇ ਨੂੰ ਕਿ ਅਜਿਹੀਆਂ ਮੰਦਭਾਗੀਆਂ ਜਿਹੜੀ ਘਟਨਾएं ਕਿਉਂ ਵਾਪਰਦੀਆਂ, ਕਿਉਂ ਹੁੰਦੀਆਂ, ਕਿਉਂ ਹਮੇਸ਼ਾ ਪੰਜਾਬੀ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ? ਤੁਸੀਂ ਕੇਰਲ ਸਾਈਡ ਚਲੇ ਜਾਓ, ਤੁਹਾਨੂੰ ਕੋਈ ਬੋਰਡ ਹਿੰਦੀ 'ਚ ਲੱਗਿਆ ਹੋਇਆ ਮਿਲਦਾ? ਹੋਰ ਗੁਜਰਾਤ ਚਲੇ ਜਾਓ, ਤੁਹਾਨੂੰ ਮਿਲਦਾ? ਸਾਡੇ ਹੀ ਪੰਜਾਬ ਤੇ ਕਿਉਂ ਗਲਾਵਾ ਪਾਇਆ ਵੀ ਹਿੰਦੀ ਬਣਾ ਦਿਓ ਜੀ, ਇਹਨਾਂ ਨੂੰ ਹਿੰਦੀ ਬਣਾ ਦਿਓ। ਜਿਹੜੀ ਪੰਜਾਬੀ ਭਾਸ਼ਾ, ਜੇ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਸਾਡਾ ਗਿਆਨ ਨਹੀਂ ਹੋਊਗਾ ਤਾਂ ਅਸੀਂ ਗੁਰੂ ਨਾਲੋਂ ਅਲੱਗ ਹੋ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਜਿਹੜੇ ਹੈਗੇ ਆ, ਅਸੀਂ ਉਹਨਾਂ ਨੂੰ ਵੀ ਨਹੀਂ ਪੜ੍ਹ ਸਕਾਂਗੇ। ਸਾਡੇ ਬੱਚੇ ਦੂਰ ਹੋ ਜਾਣਗੇ, ਸਾਡੇ ਇਤਿਹਾਸ ਤੋਂ ਦੂਰ ਹੋ ਜਾਣਗੇ। ਸੋ RSS ਚਾਹੁੰਦੀ ਆ ਕਿ ਪਹਿਲਾਂ ਪੰਜਾਬ ਨੂੰ ਖਤਮ ਕੀਤਾ ਜਾਵੇ। RSS ਹੈ ਇਹਦੇ ਪਿੱਛੇ, ਮੋਹਨ ਭਾਗਵਤ ਆ। ਅੱਜ ਦੇ ਟਾਈਮ ਸਾਡਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੀ ਸਾਡੀ, ਜਿਹਦੇ ਅੰਡਰ ਯੂਨੀਵਰਸਿਟੀ ਚੱਲ ਰਹੇ ਨੇ, ਸਕੂਲ ਚੱਲ ਰਹੇ ਨੇ, ਅਦਾਰੇ ਚੱਲ ਰਹੇ ਨੇ, CBSE ਬੋਰਡ ਦੇ ਜਿਹੜੇ ਅਦਾਰੇ ਨੇ ਜ਼ਿਆਦਾਤਰ ਨੇ ਜਿਹੜੇ ਉਹ ਚੱਲ ਰਹੇ ਨੇ। ਸੋ ਸਾਰੀ ਦੀ ਸਾਰੀ ਉਹ ਬਿਲਕੁਲ ਮੋਹਨ ਭਾਗਵਤ ਦੇ ਇਸ਼ਾਰਿਆਂ 'ਤੇ ਚੱਲ ਰਹੀ ਹੈ। ਇਹਦੇ ਵਿੱਚ ਸਾਡੇ ਪੰਜਾਬ ਦੇ ਲੀਡਰ ਉਹਨਾਂ ਦਾ ਸਾਥ ਦੇ ਰਹੇ ਨੇ। ਉਹਨਾਂ ਨੇ ਇਹ ਕਿਹਾ ਹੋਇਆ ਕਿ ਪੰਜਾਬ ਦੇ ਲੀਡਰਾਂ ਨੂੰ ਕਿਹਾ ਤੁਸੀਂ ਪੰਜਾਬ ਨੂੰ ਲੁੱਟੋ ਕਸੁੱਟੋ, ਇੱਥੇ ਨਸ਼ਾ ਵੇਚੋ, ਇਹਨਾਂ ਦੀ ਨਸਲਕੁਸ਼ੀ ਕਰੋ, ਲੋਕਾਂ ਦੀ ਜੋ ਕਰਨਾ ਕਰੋ, ਪੈਸਾ ਕਮਾਓ, ਪਰ ਲੋਕਾਂ ਦੇ ਹੱਕਾਂ ਲਈ ਨਾ ਬੋਲਿਓ। ਸੋ ਸਾਡਾ ਕੋਈ ਲੀਡਰ ਸਾਡੇ ਹੱਕਾਂ ਲਈ ਬੋਲ ਵੀ ਨਹੀਂ ਰਿਹਾ। ਇੱਕ ਉਜਾੜਾ ਤੁਸੀਂ 1947 'ਚ ਦੇਖਿਆ ਹੋਣਾ ਵੀ ਲੋਕ ਗੱਡਿਆਂ ਦੇ ਸਮਾਨ ਲੈ ਕੇ ਉੱਧਰੋਂ ਇੱਧਰ ਆਏ, ਉੱਧਰੋਂ ਇੱਕ ਉਜਾੜਾ ਹੁਣ ਹੋ ਰਿਹਾ। ਉਹ ਉਜਾੜਾ ਕਿਹੜਾ, ਅਸੀਂ ਆਪ ਟੇਚੀਆਂ 'ਚ ਆਪਣੇ ਬੱਚਿਆਂ ਦਾ ਸਮਾਨ ਪੈਕ ਕਰਦੇ ਹਾਂ, ਆਪ ਅਸੀਂ ਉਹ ਉਜਾੜਾ ਕਰਕੇ ਏਅਰਪੋਰਟ 'ਤੇ ਛੱਡ ਕੇ ਆਉਂਦੇ, ਜਾ ਪੁੱਤਰ ਉੱਜੜ ਇੱਥੋਂ ਪੰਜਾਬ 'ਚੋਂ ਬਾਹਰ ਚਲੇ ਜਾ। ਉਹ ਉਜਾੜਾ ਅਸੀਂ ਕਰ ਰਹੇ ਹਾਂ। ਉਹ ਉਜਾੜਾ ਕਿਉਂ ਹੋ ਰਿਹਾ? ਕਿਉਂਕਿ ਇਹਨਾਂ ਸਰਕਾਰਾਂ ਨੇ ਬਣਦੇ ਸਾਡੇ ਫਰਜ਼ ਸੀਗੇ ਉਹ ਪੰਜਾਬ ਦੇ ਲਈ, ਪੰਜਾਬੀਅਤ ਲਈ ਨਹੀਂ ਅਦਾ ਕੀਤੇ। ਇਹੋ ਜਿਹਾ ਪੰਜਾਬ ਵਾਲਾ ਮਾਣ ਉਹ ਨਹੀਂ ਹੈਗਾ ਜਿਹੜਾ ਇੱਥੇ ਆ, ਉਹ ਉੱਥੇ ਨਹੀਂ ਹੈਗਾ। ਜੋ ਮਰਜ਼ੀ ਕਰ ਲਓ, ਪਰ ਉਹ ਲੋਕ ਨੇ ਸਾਡੀ ਰਿਸਪੈਕਟ ਕਰਦੇ ਨੇ, ਕਿਉਂਕਿ ਅੱਜ ਗੋਰੇ ਵੀ ਪੰਜਾਬੀ ਪੜ੍ਹ ਰਹੇ ਨੇ। ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਪੰਜਾਬੀ ਜਿਹੜੀ ਸੰਪੂਰਨ ਭਾਸ਼ਾ, ਉਹ ਇਹਨਾਂ ਭਾਸ਼ਾਵਾਂ ਨੂੰ ਉਹਦਾ ਗਿਆਨ ਲੈ ਰਹੇ ਨੇ। ਪਰ ਸਾਡੇ ਪੰਜਾਬ ਦੇ ਲੋਕ ਕਿਉਂ ਟੁੱਟਦੇ ਜਾ ਰਹੇ ਨੇ? ਸਵਾਲ ਇਹ ਆ ਰਿਹਾ। ਮੈਂ ਸਪੇਨ ਵੀ ਗਿਆ, ਮੈਂ ਫਰਾਂਸ ਵੀ ਗਿਆ, ਉਹ ਤਾਂ ਆਪਣਾ ਮੀਡੀਅਮ ਪੜ੍ਹਾ ਰਹੇ ਨੇ, ਉਹ ਫਰੈਂਚ ਬੋਲ ਰਹੇ ਨੇ, ਉਹ ਸਪੈਨਿਸ਼ ਕਰ ਰਹੇ ਨੇ, ਪਰ ਸਾਨੂੰ ਕੀ ਬਿਮਾਰੀ ਪੈ ਗਈ ਆ ਕਿ ਸਾਡੇ ਤੇ ਲਿਆ ਕੇ ਸਾਡੇ ਸਕੂਲਾਂ ਦੇ ਵਿੱਚ ਫਾਈਨ ਠੋਕ ਰਹੇ ਨੇ? ਇਹਦੇ ਵਿੱਚ ਸਾਡੀ ਕਮੀ ਆ, ਕਿਉਂਕਿ ਜਦੋਂ ਸਾਡੇ ਬੱਚੇ ਘਰੇ ਆ ਕੇ ਹਿੰਦੀ ਬੋਲਦੇ ਨੇ ਕਿ ਮਾਂ ਪਿਓ ਇਕੱਠੇ ਹੋ ਕੇ ਸਕੂਲਾਂ ਦੇ ਮੂਹਰੇ ਲਾਉਣ ਧਰਨਾ ਕਿ ਤੁਸੀਂ ਕੌਣ ਹੁੰਦੇ ਆ ਸਾਡੀ ਮਾਂ ਬੋਲੀ ਤੋਂ ਸਾਡੇ ਬੱਚਿਆਂ ਨੂੰ ਦੂਰ ਕਰਨ ਵਾਲੇ। ਕੁਝ ਕਲਾਕਾਰ ਵੀ ਕਹਿੰਦੇ ਨੇ ਕਿ ਅਸੀਂ ਪੰਜਾਬੀ ਬੋਲੀ ਦੀ ਸੇਵਾ ਕਰਦੇ ਹਾਂ, ਪਰ ਜਦੋਂ ਇਸ ਤਰ੍ਹਾਂ ਦੇ ਹਮਲੇ ਹੁੰਦੇ ਨਾ ਤਾਂ ਕੋਈ ਬੋਲਦਾ ਹੈ, ਸਗੋਂ ਉਲਟੇ ਕਈ ਵਾਰੀ ਅਜਿਹੇ ਬਿਆਨ ਆ ਜਾਂਦੇ ਆ ਕਿ ਇੱਕ ਰਾਸ਼ਟਰ ਇੱਕ ਭਾਸ਼ਾ ਤਾਂ ਫਿਰ ਹੋਣੀ ਚਾਹੀਦੀ ਆ। ਸਾਰੀ ਉਮਰ ਕਹੀ ਜਾਂਦੇ ਕਿ ਅਸੀਂ ਪੰਜਾਬੀ ਦੀ ਸੇਵਾ ਕਰਦੇ ਹਾਂ, ਪੰਜਾਬੀ ਦੀ ਸੇਵਾ ਕਰਦੇ ਹਾਂ। ਜਦੋਂ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦਾ ਸਮਾਂ ਆਉਂਦਾ ਫਿਰ ਪੈਰ ਪਿੱਛੇ ਖਿੱਚ ਲੈਂਦੇ। ਜਿਹੜੇ ਮਤਲਬ ਇਹਨਾਂ ਨੂੰ ਇਹ ਲੋਕ ਪਤਾ ਕੌਣ ਨੇ? ਇਹ ਲੋਕ ਜਿਹੜੇ ਤੁਸੀਂ ਗੱਲ ਕਰਦੇ ਹੋ, ਸਿੰਗਰਾਂ ਦੀ ਗੱਲ ਕਰਦੇ ਹੋ, ਜਿਹੜੇ ਸਾਰਿਆਂ ਦੀ ਗੱਲ ਨਹੀਂ ਮੈਂ ਕਰ ਰਿਹਾ, ਵਿੱਚ ਹੈਗੇ ਨੇ ਜਿਹੜੇ ਸਿਰਫ ਇੱਕ ਪੈਸੇ ਕਮਾਉਣ ਦਾ ਜ਼ਰੀਆ ਰੱਖਿਆ ਆ। ਉਦੋਂ ਤਾਂ ਮਾਂ ਬੋਲੀ, ਜਦੋਂ ਮਾਂ ਬੋਲੀ ਦੇ ਲਈ ਖੜਨ ਦਾ ਟਾਈਮ ਆਉਂਦਾ ਉਦੋਂ ਫਿਰ ਇਹਨਾਂ ਦੇ ਜਿਹੜੇ ਪੈਰ ਨੇ, ਲੱਤਾਂ ਨੇ, ਉਹ ਬੋਝ ਨਹੀਂ ਝੱਲਦੀਆਂ ਇਹਨਾਂ ਦਾ। ਫਿਰ ਡਰਦੇ ਨੇ RSS ਤੋਂ, ਮੋਹਨ ਭਾਗਵਤ ਉਹਨਾਂ ਤੋਂ, ਫਿਰ ਡਰ ਕੇ ਫਿਰ ਹਿੰਦੀ ਮਾਂ ਬੋਲੀ ਬਣਾ ਕੇ ਆਪਣਾ ਉਹਦੇ ਪੱਖ 'ਚ ਭੁਗਤ ਜਾਂਦੇ ਨੇ। ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਇੱਕ ਗੱਲ ਕਹਿਣਾ ਚਾਹੁੰਦਾ। ਅੱਜ ਤੋਂ ਜਿੰਨੇ ਲੋਕ ਦੇਖ ਰਹੇ ਨੇ, ਪ੍ਰਣ ਕਰ ਲਓ ਕਿ ਅਸੀਂ ਜਿਹੜੇ ਆਪਣੇ ਦਸਖਤ ਨੇ ਪੰਜਾਬੀ 'ਚ ਕਰਨੇ ਨੇ, ਬੈਂਕ 'ਚ ਜਾਣਾ ਵਾਊਚਰ ਪੰਜਾਬੀ 'ਚ ਭਰਨਾ, ਚੈੱਕ ਪੰਜਾਬੀ 'ਚ ਭਰਨਾ। ਜੇ ਅਸੀਂ ਕਿਤੇ ਜਾਂਦੇ ਹਾਂ, ਬੈਂਕ ਦੇ ਵਿੱਚ ਜਾਂਦੇ ਹਾਂ, ਤਾਂ ਪੰਜਾਬੀ ਬੋਲਣੀ ਆ, ਪੰਜਾਬੀ ਲਿਖਣੀ ਆ, ਪੰਜਾਬੀ ਪੜ੍ਹਨੀ ਆ। ਸਤਿ ਸ਼੍ਰੀ ਅਕਾਲ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਹਾਂ। ਸਿੱਖਦੇ ਹੀ ਰਹੀਏ, ਸਦਾ ਸਿੱਖਣਾ ਜ਼ਰੂਰੀ, ਸਿੱਖਿਆ ਤੋਂ ਬਿਨਾਂ ਹੁੰਦੀ ਜ਼ਿੰਦਗੀ ਅਧੂਰੀ। ਦੂਜਿਆਂ ਨਾ ਕਰੋ ਇਨਸਾਫ ਸਦਾ, ਪਰ ਦਗਾ ਆਪਣਿਆਂ ਨਾਲ ਨਾ ਕਮਾਇਓ। ਸਿੱਖੋ ਭਾਵੇਂ ਬੇਸ਼ੱਕ ਜ਼ੁਬਾਨਾਂ ਸਾਰੀਆਂ, ਪਰ ਭੁੱਲ ਨਾ ਪੰਜਾਬੀ ਜਾਇਓ। ਭਾਸ਼ਾ ਜਿਹੜੀ ਹੁੰਦੀ ਹੈ, ਮਾਂ ਬੋਲੀ ਜਿਹੜੀ ਹੁੰਦੀ ਹੈ, ਉਹ ਕਿਸੇ ਖਿੱਤੇ ਦੇ ਲੋਕਾਂ ਦੀ ਪਹਿਚਾਣ ਹੁੰਦੀ ਹੈ। ਜੇਕਰ ਭਾਸ਼ਾ ਖਤਮ ਹੋ ਜੇ ਤਾਂ ਉਸ ਦੇ ਨਾਲ ਹੀ ਉਸ ਖਿੱਤੇ ਦਾ ਸੱਭਿਆਚਾਰ, ਉਸ ਖਿੱਤੇ ਦਾ ਇਤਿਹਾਸ ਅਤੇ ਹੋਰ ਬਹੁਤ ਸਾਰੀ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਸੋ ਇੱਕ ਘਟਨਾ ਬੀਤੇ ਦਿਨਾਂ ਦੇ ਵਿੱਚ ਹੁੰਦੀ ਹੈ ਕਿ CBSE ਬੋਰਡ ਵੱਲੋਂ ਮੁੱਖ ਭਾਸ਼ਾਵਾਂ ਦੀ ਸੂਚੀ ਦੇ ਵਿੱਚੋਂ ਪੰਜਾਬੀ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਬਹੁਤ ਵੱਡਾ ਜਿਹੜਾ ਹੈਗਾ ਇਹ ਮੁੱਦਾ ਹੈ। ਬਹੁਤ ਸਾਰੇ ਜਿਹੜੇ ਲੋਕ ਨੇ ਪੰਜਾਬੀ ਬੋਲੀ ਨੂੰ ਪਿਆਰ ਕਰਦੇ ਨੇ, ਉਹਨਾਂ ਦੇ ਦਿਲ ਨੂੰ ਠੇਸ ਵੀ ਪਹੁੰਚਦੀ ਹੈ ਅਤੇ ਚਿੰਤਕ ਜਿਹੜੇ ਹੈਗੇ ਨੇ ਫਿਰ ਉਹ ਆਪਣੇ ਵਿਚਾਰ ਪੇਸ਼ ਕਰਦੇ ਨੇ, ਅਤੇ ਵਿਚਾਰ ਦੇਣੇ ਅਜਿਹੇ ਮੁੱਦਿਆਂ ਦੇ ਉੱਤੇ ਜ਼ਰੂਰੀ ਵੀ ਹੋ ਜਾਂਦੇ ਨੇ। ਸੋ ਸਾਡੇ ਨਾਲ ਅਜਿਹੇ ਨੌਜਵਾਨ ਨੇ ਅੱਜ, ਜਿਨ੍ਹਾਂ ਦੇ ਨਾਲ ਅਸੀਂ ਇਸ ਮੁੱਦੇ 'ਤੇ ਗੱਲਬਾਤ ਕਰਾਂਗੇ। ਵਰਿੰਦਰ ਸਿੰਘ ਸੇਖੋਂ ਜਿਹੜੇ ਦਰਦ ਰੱਖਦੇ ਨੇ, ਪੰਜਾਬੀ ਬੋਲੀ ਦੇ ਪ੍ਰਤੀ ਪਿਆਰ ਵੀ ਰੱਖਦੇ ਨੇ, ਅਤੇ ਨੌਜਵਾਨ ਆਗੂ ਵੀ ਨੇ, ਅਜਿਹੇ ਮੁੱਦਿਆਂ ਉੱਤੇ ਖੁੱਲ੍ਹ ਕੇ ਗੱਲਬਾਤ ਕਰਦੇ ਨੇ। ਸੋ ਗੱਲਬਾਤ ਕਰਦੇ ਹਾਂ। ਵਰਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਪੰਜਾਬੀ ਲੋਕ ਚੈਨਲ ਦੇ ਉੱਤੇ। ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸੱਚ ਦੀ ਜਿਹੜੀ ਆਵਾਜ਼ ਆ ਉਹਨੂੰ ਬੁਲੰਦ ਕਰਦੇ ਹੋ ਜੀ। ਸਭ ਤੋਂ ਪਹਿਲਾਂ ਹਾਂ, ਬੀਤੇ ਦਿਨਾਂ ਦੇ ਵਿੱਚ ਨਾ ਇੱਕ ਮੁੱਦਾ ਬਹੁਤ ਚੱਲਿਆ ਕਿ CBSE ਬੋਰਡ ਦੇ ਵੱਲੋਂ ਪੰਜਾਬੀ ਬੋਲੀ ਨੂੰ ਮੁੱਖ ਵਿਸ਼ਿਆਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ,
ਤੁਹਾਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਮੁੱਦੇ ਨੂੰ ਕਿ ਅਜਿਹੀਆਂ ਮੰਦਭਾਗੀਆਂ ਜਿਹੜੀ ਘਟਨਾਵਾਂ ਕਿਉਂ ਵਾਪਰਦੀਆਂ, ਕਿਉਂ ਹੁੰਦੀਆਂ, ਕਿਉਂ ਹਮੇਸ਼ਾ ਪੰਜਾਬੀ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ? ਦੇਖੋ 1947 ਤੋਂ ਹੀ ਜਿਹੜੀ ਆਰਐਸਐਸ ਜਮਾਤ ਆ ਇੱਕ ਪੂਰੇ ਦੇਸ਼ ਦੇ ਵਿੱਚ ਆਪਣਾ ਏਜੰਡਾ ਲਾਗੂ ਕਰਨਾ ਚਾਹੁੰਦੀ ਆ। ਉਸ ਦੇ ਵਿੱਚ ਸਭ ਤੋਂ ਵੱਡਾ ਅੜਿੱਕਾ ਪੰਜਾਬ ਤੇ ਪੰਜਾਬੀਅਤ ਦੇ ਲੋਕ ਨੇ। ਸੋ 1947 ਤੋਂ ਸਾਡੇ ਪੰਜਾਬ ਨੂੰ ਕੱਟਿਆ ਜਾਂਦਾ, ਵੱਢਿਆ ਜਾਂਦਾ, ਸਾਡੀ ਰਾਜਧਾਨੀ ਖੋਈ ਜਾਂਦੀ ਆ, ਸਾਡੇ ਪਾਣੀ ਖੋਈ ਜਾਂਦੇ ਨੇ। ਸੋ ਉਹਨਾਂ ਲੜੀ ਦੇ ਵਿੱਚੋਂ ਹੀ ਸਾਡੀ ਇੱਕ ਭਾਸ਼ਾ ਤੇ ਜਿਹੜਾ ਹਮਲਾ ਬਹੁਤ ਵੱਡਾ, ਕਿਉਂਕਿ ਜੇ ਖਿੱਤੇ ਨੂੰ ਖਤਮ ਕਰਨਾ, ਕਿਉਂਕਿ ਜਿਹੜੀ ਪੰਜਾਬੀ ਭਾਸ਼ਾ, ਜੇ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਸਾਡਾ ਗਿਆਨ ਨਹੀਂ ਹੋਊਗਾ ਤਾਂ ਅਸੀਂ ਗੁਰੂ ਨਾਲੋਂ ਅਲੱਗ ਹੋ ਜਾਵਾਂਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਜਿਹੜੇ ਹੈਗੇ ਆ, ਅਸੀਂ ਉਹਨਾਂ ਨੂੰ ਵੀ ਨਹੀਂ ਪੜ੍ਹ ਸਕਾਂਗੇ। ਸਾਡੇ ਬੱਚੇ ਦੂਰ ਹੋ ਜਾਣਗੇ, ਸਾਡੇ ਇਤਿਹਾਸ ਤੋਂ ਦੂਰ ਹੋ ਜਾਣਗੇ। ਸੋ ਆਰਐਸਐਸ ਚਾਹੁੰਦੀ ਆ ਕਿ ਪਹਿਲਾਂ ਪੰਜਾਬ ਨੂੰ ਖਤਮ ਕੀਤਾ ਜਾਵੇ। ਉਹਦੇ ਵਿੱਚ ਜੇ ਕਿਸੇ ਲੋਕਾਂ ਨੂੰ, ਖਿੱਤੇ ਦਿਆਂ ਨੂੰ ਖਤਮ ਕਰਨਾ ਹੋਵੇ, ਉਹ 'ਚ ਭਾਸ਼ਾ, ਉੱਥੋਂ ਉਹਨਾਂ ਦਾ ਐਜੂਕੇਸ਼ਨ ਸਿਸਟਮ ਹੋ ਗਿਆ, ਉਹਨਾਂ ਦਾ ਆਰਥਿਕ ਧੁਰਾ ਹੋ ਗਿਆ, ਜਾਂ ਉਹਨਾਂ ਦੇ ਜਿਹੜੇ ਧਾਰਮਿਕ ਚੀਜ਼ਾਂ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ। ਸੋ ਇਸ ਕਰਕੇ ਪੰਜਾਬੀ ਭਾਸ਼ਾ ਨੂੰ ਟਾਰਗੇਟ ਕੀਤਾ ਜਾ ਰਿਹਾ। ਸੋ ਪੰਜਾਬੀ ਭਾਸ਼ਾ ਕੋਈ ਆਮ ਭਾਸ਼ਾ ਨਹੀਂ ਹੈਗੀ ਇਹ। ਸੋ ਇਹਨੂੰ ਜੇ ਆਪਾਂ ਰਿਸਰਚ ਕਰੀਏ, ਇਹਦੇ ਤੇ ਆਪਾਂ ਇਹਦਾ ਪੂਰਾ ਗਿਆਨ ਕਰੀਏ, ਤੇ ਇੱਕ ਜਿਹੜੀ ਸੰਪੂਰਨ ਲੈਂਗੁਏਜ ਆ ਪੂਰੀ ਦੁਨੀਆ ਦੇ ਵਿੱਚ, ਉਹ ਸਾਡੀ ਪੰਜਾਬੀ ਭਾਸ਼ਾ। ਤੇ ਸਾਡੇ ਲੋਕਾਂ ਨੂੰ ਅੱਜ ਮਾਨਸਿਕ ਤੌਰ ਤੇ ਬਿਮਾਰ ਕਰ ਦਿੱਤਾ। ਜਿਹੜੇ ਸਾਡੀ ਹੁਣ ਦੀ ਜਨਰੇਸ਼ਨ ਆ, ਜਿਹੜੀ ਮੰਨ ਲਓ ਤੁਸੀਂ 15 ਸਾਲ ਤੋਂ ਲੈ ਕੇ 30 ਸਾਲ ਤੱਕ ਦੀ ਆ, ਉਹ ਦਿਮਾਗੀ ਤੌਰ ਤੇ ਉਹਨਾਂ ਦੀ ਨਸਲਕੁਸ਼ੀ ਕੀਤੀ ਜਾਂਦੀ ਆ। ਦੋ ਤਰ੍ਹਾਂ ਦੀ ਨਸਲਕੁਸ਼ੀ ਹੁੰਦੀ ਆ। ਇੱਕ ਤਾਂ ਗੋਲੀਆਂ ਨਾਲ ਬੰਦੇ ਮਾਰਤੇ, ਉਹ ਆਪਾਂ ਨੂੰ ਦੇਖ ਗਏ। ਇੱਕ ਹੁੰਦੀ ਆ ਸਾਇਲੈਂਟ। ਹੁਣ ਸਾਇਲੈਂਟ ਨਸਲਕੁਸ਼ੀ ਕੀਤੀ ਜਾ ਰਹੀ ਆ, ਜਿਹਦੇ ਵਿੱਚ ਇੱਕ ਭਾਸ਼ਾ ਨੂੰ ਵੀ ਸਾਡੀ ਨੂੰ ਮਤਲਬ ਖਤਮ ਕੀਤਾ ਜਾ ਰਿਹਾ। ਉਹ ਕਿਵੇਂ ਆ ਕਿ ਅੱਜ ਸਾਡੀਆਂ ਜਿਹੜੀਆਂ ਭੈਣਾਂ ਨੇ, ਸਾਡੇ ਨੌਜਵਾਨ ਨੇ, ਯੂਨੀਵਰਸਿਟੀ 'ਚ, ਕਾਲਜ 'ਚ ਪੜ੍ਹਦੇ ਨੇ, ਉਹਨਾਂ ਦੇ ਦਿਮਾਗ 'ਚ ਇੱਕ ਗੱਲ ਬਿਠਾ ਦਿੱਤੀ ਗਈ ਆ ਕਿ ਜਿਹੜਾ ਪੰਜਾਬੀ ਬੋਲਦਾ ਉਹ ਅਨਪੜ੍ਹ ਗਵਾਰ ਆ, ਜਿਹੜਾ ਇੰਗਲਿਸ਼ ਤੇ ਹਿੰਦੀ ਬੋਲਦਾ ਉਹ ਪੜ੍ਹਿਆ ਲਿਖਿਆ ਇਨਸਾਨ ਆ। ਪਰ ਭਾਸ਼ਾ ਦਾ ਗਿਆਨ ਹੋਣਾ ਤੇ ਦੂਸਰਾ ਗਿਆਨ ਹੋਣਾ ਦੋ ਅਲੱਗ-ਅਲੱਗ ਚੀਜ਼ਾਂ ਨੇ। ਸੋ ਇਹ ਇੱਕ ਬਹੁਤ ਵੱਡਾ ਸਾਡੇ ਤੇ ਹਮਲਾ ਹੈ ਜਿਹੜਾ ਪੰਜਾਬੀ ਭਾਸ਼ਾ ਨੂੰ ਖਤਮ ਕੀਤਾ। ਤੇ ਉਹ ਫਿਰ ਜਿਹੜੀਆਂ ਸੰਸਥਾਵਾਂ ਇਹਦੇ ਪਿੱਛੇ ਕੰਮ ਕਰਦੀਆਂ, ਜਿੱਦਾਂ ਤੁਸੀਂ ਕਹਿ ਰਹੇ ਹੋ, ਤਾਂ ਉਹ ਫਿਰ ਕਾਮਯਾਬ ਹੁੰਦੇ ਤੁਹਾਨੂੰ ਨਜ਼ਰ ਆਉਂਦੇ ਆ? ਬਿਲਕੁਲ, ਉਹ ਕਾਮਯਾਬ ਹੋ ਰਹੇ ਨੇ। ਦੇਖੋ ਆਰਐਸਐਸ ਹੈ ਇਹਦੇ ਪਿੱਛੇ, ਮੋਹਨ ਭਾਗਵਤ ਆ। ਅੱਜ ਦੇ ਟਾਈਮ ਸਾਡਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੀ ਸਾਡੀ, ਜਿਹਦੇ ਅੰਡਰ ਯੂਨੀਵਰਸਿਟੀ ਚੱਲ ਰਹੇ ਨੇ, ਸਕੂਲ ਚੱਲ ਰਹੇ ਨੇ, ਅਦਾਰੇ ਚੱਲ ਰਹੇ ਨੇ, ਸੀਬੀਐਸਈ ਬੋਰਡ ਦੇ ਜਿਹੜੇ ਅਦਾਰੇ ਨੇ, ਜ਼ਿਆਦਾਤਰ ਨੇ ਜਿਹੜੇ ਉਹ ਚੱਲ ਰਹੇ ਨੇ। ਸੋ ਸਾਰੀ ਦੀ ਸਾਰੀ ਉਹ ਬਿਲਕੁਲ ਮੋਹਨ ਭਾਗਵਤ ਦੇ ਇਸ਼ਾਰਿਆਂ ਤੇ ਚੱਲ ਰਹੀ ਆ। ਸਾਡਾ ਅਕਾਲ ਤਖਤ ਸਾਹਿਬ, ਜਿੱਥੋਂ ਸਾਡੇ ਚੜ੍ਹਦੀ ਕਲਾ ਵਾਲੇ ਹੁਕਮਨਾਮੇ ਆਉਣੇ ਸੀਗੇ, ਸਾਡਾ ਉਹ ਵੀ ਆਰਐਸਐਸ ਦੇ ਅੰਡਰ ਚੱਲ ਰਿਹਾ। ਜਦੋਂ ਮੋਹਨ ਭਾਗਵਤ ਜੋ ਸਿੰਗਲਨ ਨਾਗਪੁਰ ਤੋਂ ਮਿਲਦਾ, ਸੋ ਉਹ ਚੱਲ ਰਿਹਾ। ਸੋ ਬਿਲਕੁਲ ਜਿਹੜਾ ਇਹ ਪੂਰੇ ਦਾ ਪੂਰਾ ਜਿਹੜਾ ਸ਼ਿਕੰਜਾ ਸਾਡੇ ਉੱਤੇ ਕੱਸਿਆ ਗਿਆ ਹੈ, ਮੋਹਨ ਭਾਗਵਤ, ਆਰਐਸਐਸ ਤੇ ਬੀਜੇਪੀ, ਦੋ ਜਮਾਤਾਂ ਨੇ ਜਿਹੜੀਆਂ ਸਾਨੂੰ ਖਤਮ ਕਰਨ ਲੱਗੇ। ਇਹਦੇ ਵਿੱਚ ਸਾਡੇ ਪੰਜਾਬ ਦੇ ਲੀਡਰ ਉਹਨਾਂ ਦਾ ਸਾਥ ਦੇ ਰਹੇ ਨੇ। ਉਹਨਾਂ ਨੇ ਇਹ ਕਿਹਾ ਹੋਇਆ ਕਿ ਪੰਜਾਬ ਦੇ ਲੀਡਰਾਂ ਨੂੰ ਕਿਹਾ, ਤੁਸੀਂ ਪੰਜਾਬ ਨੂੰ ਲੁੱਟੋ ਕਸੁੱਟੋ, ਇੱਥੇ ਨਸ਼ਾ ਵੇਚੋ, ਇਹਨਾਂ ਦੀ ਨਸਲਕੁਸ਼ੀ ਕਰੋ, ਲੋਕਾਂ ਦੀ ਜੋ ਕਰਨਾ ਕਰੋ, ਪੈਸਾ ਕਮਾਓ, ਪਰ ਲੋਕਾਂ ਦੇ ਹੱਕਾਂ ਲਈ ਨਾ ਬੋਲਿਓ। ਸੋ ਸਾਡਾ ਕੋਈ ਲੀਡਰ ਸਾਡੇ ਹੱਕਾਂ ਲਈ ਬੋਲ ਵੀ ਨਹੀਂ ਰਿਹਾ। ਸੋ ਪੰਜਾਬੀ ਭਾਸ਼ਾ ਦੀ ਇੱਕ ਮੈਂ ਉਦਾਹਰਨ ਦੇਣੀ ਚਾਹੁੰਦਾ। ਸਾਡੇ ਜਿਹੜੇ ਨੌਜਵਾਨ ਪੜ੍ਹੇ ਲਿਖੇ ਸੁਣ ਰਹੇ ਹੋਣਗੇ ਕਿ ਜੇ ਮੈਂ ਉਹਨਾਂ ਨੂੰ ਕਹਾਂ ਕਿ ਤੁਸੀਂ ਇੰਗਲਿਸ਼ ਦੇ ਵਿੱਚ ਗਿੱਲ ਲਿਖੋ, ਤੇ ਉਹ ਲਿਖਣਗੇ GILL, ਗਿੱਲ। ਜੇ ਆਪਾਂ ਉਹ ਕਿਸੇ ਗੋਰੇ ਨੂੰ ਕਹਾਂਗੇ ਵੀ ਆ ਕੀ ਲਿਖਿਆ ਹੋਇਆ, ਉਹ ਕਹੂਗਾ ਜਿੱਲ, ਕਿਉਂਕਿ ਇੰਗਲਿਸ਼ ਦੇ ਵਿੱਚ ਗਿੱਲ ਲਿਖਿਆ ਨਹੀਂ ਜਾਂਦਾ। ਹੁਣ ਮੇਰਾ ਨਾਮ ਆ ਵਰਿੰਦਰ ਸਿੰਘ ਸੇਖੋਂ, ਜੇ ਮੈਂ ਸੇਖੋਂ ਲਿਖ ਕੇ ਕਿਸੇ ਗੋਰੇ ਨੂੰ ਕਹਾਂਗਾ ਵੀ ਇਹ ਕੀ ਲਿਖਿਆ ਹੋਊਗਾ, ਉਹ ਕਹੂਗਾ ਸੇਖੋਨ, ਢਿੱਲੋਨ। ਮਤਲਬ ਜਿਹੜੀ ਪ੍ਰੋਨਾਉਂਸ ਆਪਣੀ ਉਚਾਰਨ ਆ ਉਹ ਬਦਲ ਜਾਂਦਾ। ਪਰ ਜਿਹੜੀ ਪੰਜਾਬੀ ਭਾਸ਼ਾ, ਇਹਦੇ ਵਿੱਚ ਜੋ ਤੁਸੀਂ ਲਿਖਿਆ ਉਹਨੂੰ ਉਹ ਸੇਮ ਉੱਦਾਂ ਹੀ ਪੜ੍ਹ ਸਕਦੇ ਹੋ। ਚਾਹੇ ਕੋਈ ਚੀਨ ਦਾ, ਚਾਹੇ ਜਾਪਾਨ ਤੋਂ, ਜਿੱਥੋਂ ਤੁਸੀਂ ਮਰਜ਼ੀ, ਜਿਹੜੀ ਦੁਨੀਆ ਦੇ ਵਿੱਚੋਂ ਜਿੱਥੋਂ ਮਰਜ਼ੀ ਕੋਈ ਲੈਂਗੁਏਜ ਦਾ ਅੱਖਰ ਤੁਸੀਂ ਲਿਖ ਦਿਓ, ਜਿਹੜਾ ਲਿਖਿਆ ਹੈ ਤੁਸੀਂ ਉੱਦਾਂ ਹੀ ਉਚਾਰਨ ਕਰੋਗੇ। ਇਹ ਨਹੀਂਗਾ ਵੀ ਉਹਦੀ ਜਿਹੜੀ ਧੁਨੀ ਆ ਸਾਡੀ ਉਚਾਰਨ ਦੀ ਬਦਲ ਜਾਊ। ਐਡੀ ਵੱਡੀ ਸਾਡੀ ਮਹਾਨ ਭਾਸ਼ਾ, ਸੰਪੂਰਨ ਭਾਸ਼ਾ, ਪਰ ਲੋਕਾਂ ਨੇ ਲਿਆ ਕੇ ਸਾਨੂੰ ਸੰਗਾੜ ਕੇ ਰੱਖ ਦਿੱਤਾ ਤੇ ਸਾਡੇ ਤੇ ਇੱਕ ਮਾਨਸਿਕ ਤੌਰ ਤੇ ਸਾਡੇ ਨੌਜਵਾਨਾਂ ਤੇ ਹਮਲਾ ਕੀਤਾ ਜਾ ਰਿਹਾ ਜੀ। ਬਹੁਤ ਸਾਰੀਆਂ ਧੁਨੀਆਂ ਜਿਹੜੀਆਂ ਹੈਗੀਆਂ ਪੰਜਾਬੀ ਦੇ ਵਿੱਚ ਸਮਾਈਆਂ ਹੋਈਆਂ ਕਿ ਹਰ ਭਾਸ਼ਾ ਨੂੰ ਆਪਣੇ ਦੇ ਵਿੱਚ ਜਿਹੜੀ ਹੈਗੀ ਆ ਪੰਜਾਬੀ ਸਮੋ ਲੈਂਦੀ ਹੈ। ਸੋ ਇੱਕ ਗੱਲ ਇਹ ਵੀ ਆ ਕਿ ਜਦੋਂ ਅਸੀਂ ਕਿਸੇ ਚੀਜ਼ ਦੇ ਉੱਤੇ ਮਾਣ ਕਰਦੇ ਹਾਂ ਤਾਂ ਅਸੀਂ ਉਸ ਚੀਜ਼ ਨੂੰ ਕਦੇ ਨਹੀਂ ਛੱਡ ਸਕਦੇ। ਕੋਈ ਵੀ ਸਾਡੇ ਉੱਤੇ ਕਿਸੇ ਤਰ੍ਹਾਂ ਦੀ ਹਮਲਾ ਕਰੇ ਤਾਂ ਜਾਂ ਸਾਇਲੈਂਟ, ਜਿੱਦਾਂ ਤੁਸੀਂ ਦੱਸਿਆ ਕਿ ਦੋ ਤਰ੍ਹਾਂ ਦੇ ਹਮਲੇ ਹੁੰਦੇ ਆ, ਜਾਂ ਸਿੱਧੇ ਸ਼ਸਤਰ ਨਾਲ ਹੋ ਸਕਦੇ ਆ ਜਾਂ ਫਿਰ ਸਾਇਲੈਂਟ ਹੋ ਸਕਦੇ ਆ। ਜੇ ਸਾਨੂੰ ਮਾਣ ਹੋਊਗਾ ਤਾਂ ਅਸੀਂ ਨਹੀਂ ਛੱਡ ਸਕਦੇ। ਤੁਹਾਨੂੰ ਨਹੀਂ ਲੱਗਦਾ ਵੀ ਲੋਕ ਵੀ ਫਿਰ ਮਾਣ ਕਰਨਾ ਛੱਡਦੇ ਜਾ ਰਹੇ ਨੇ ਇਹਨਾਂ ਚੀਜ਼ਾਂ ਦੇ ਉੱਤੇ? ਬਹੁਤ ਵਾਰੀ ਅਸੀਂ ਦੇਖਦੇ ਹਾਂ ਕਿ ਮਰਦਮਸ਼ੁਮਾਰੀਆਂ ਜਦੋਂ ਹੁੰਦੀਆਂ ਜਾਂ ਕੋਈ ਇਹੋ ਜਿਹੇ ਸਰਕਾਰਾਂ ਵੱਲੋਂ ਕੋਈ ਮਰਦਮਸ਼ੁਮਾਰੀ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਨਾ ਲੋਕੀ ਆਪਣੀ ਪੰਜਾਬ ਵਿੱਚ ਰਹਿੰਦੇ ਹੋਏ ਵੀ ਆਪਣੀਆਂ ਭਾਸ਼ਾਵਾਂ ਜਿਹੜੀਆਂ ਹੋਰ ਭਾਸ਼ਾਵਾਂ ਲਿਖਾ ਦਿੰਦੇ ਆ। ਉਹ ਮਾਣ ਕਰਨਾ ਲੋਕ ਵੀ ਛੱਡ ਗਏ। ਦੇਖੋ, ਇਹ ਤਰਾਸ਼ਦੀ ਰਹੀ ਆ ਪੰਜਾਬ ਦੀ ਕਿ ਪੰਜਾਬ ਦੇ ਹੱਕਾਂ ਦੇ ਲਈ ਬਹੁਤ ਲੋਕਾਂ ਨੇ ਪੰਜਾਬ ਨਾਲ ਗਰਦਾਰੀਆਂ ਕੀਤੀਆਂ ਨੇ। ਭਾਸ਼ਾ ਲਈ ਵੀ ਬਹੁਤ ਸਾਰੀ ਲੋਕਾਂ ਨੇ ਅੱਜ ਤੱਕ ਜਿਹੜੇ ਬਣਦੇ ਜਿਹੜੇ ਫਰਜ਼ ਨੇ ਉਹ ਨਹੀਂ ਨਿਭਾਏ। ਜਿੱਦਾਂ ਤੁਸੀਂ ਗੱਲ ਕੀਤੀ ਆ
ਕਿ ਇਹ ਜਿਹੜਾ ਹਮਲਾ ਹੈ ਜਿਹੜਾ ਮਤਲਬ ਕੀਤਾ ਜਾ ਰਿਹਾ ਆਰਐਸਐਸ ਵੱਲੋਂ, ਜਿਵੇਂ ਤੁਸੀਂ ਮਾਣ ਦੀ ਗੱਲ ਕੀਤੀ, ਹੁਣ ਮੈਨੂੰ ਮਾਣ ਮਹਿਸੂਸ ਆ ਕਿ ਮੈਂ ਪੰਜਾਬੀ ਹਾਂ ਅਤੇ ਮੈਂ ਪੰਜਾਬੀ ਬੋਲਦਾ। ਸਾਨੂੰ ਆਪਣੇ ਫਰਜ਼ਾਂ ਨੂੰ ਪਹਿਚਾਨਣਾ ਪਊਗਾ, ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ਾਂ ਪੰਜਾਬੀ ਲਿਖਣੀ, ਬੋਲਣੀ, ਪੜ੍ਹਨੀ ਪੈਣੀ ਆ। ਕਿੱਡਾ ਕੁ ਵੱਡਾ ਯਾਰ ਅਸੀਂ ਅਨਪੜ੍ਹ ਥੋੜ੍ਹੀ ਹਾਂ ਜੇ ਅਸੀਂ ਪੰਜਾਬੀ ਬੋਲ ਰਹੇ ਹਾਂ। ਸੋ ਅਸੀਂ ਬੈਂਕਾਂ 'ਚ ਜਾਂਦੇ ਹਾਂ, ਉੱਥੇ ਸਾਡੇ ਅੱਗੇ ਹੋਰ ਸਟੇਟਾਂ ਤੋਂ ਲਿਆ ਕੇ ਲੋਕ ਬਿਠਾ ਦਿੱਤੇ ਨੇ, ਜਿਹੜੇ ਅਸੀਂ ਚੰਗੇ ਭਲੇ ਸਾਡੇ ਪੜ੍ਹੇ ਲਿਖੇ ਨੌਜਵਾਨ ਨੇ, ਜਾ ਕੇ ਉਹਨਾਂ ਨੇ ਹਿੰਦੀ ਦੇ ਵਿੱਚ ਗੱਲ ਕਰਦੇ ਨੇ, ਜਾਂ ਸਾਡੀਆਂ ਆਪਸ ਵਿੱਚ ਹਿੰਦੀ 'ਚ ਗੱਲ ਕਰਨ ਲੱਗ ਗਏ ਨੇ ਨੌਜਵਾਨ। ਇਹ ਕੀ ਹੋ ਰਿਹਾ? ਇਹ ਸਾਰਾ ਕੁਝ ਉਸੇ ਤਰ੍ਹਾਂ ਸਰਕਾਰਾਂ ਦੀ ਦੇਣ ਆ। ਕੀ ਸਾਡੇ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਦੀ ਕਮੀ ਆ ਜਿਹੜੇ ਬੈਂਕਾਂ 'ਚ ਨਹੀਂ ਕੰਮ ਕਰ ਸਕਦੇ, ਜਾਂ ਸਾਡੇ ਹੋਰ ਅਦਾਰਿਆਂ 'ਚ ਨਹੀਂ ਕੰਮ ਕਰ ਸਕਦੇ, ਜਾਂ ਸਾਡੇ ਨੌਜਵਾਨ IPS ਨਹੀਂ ਕਰ ਸਕਦੇ, ਜਾਂ ਜੱਜ ਨਹੀਂ ਬਣ ਸਕਦੇ? ਕੀ ਨਹੀਂ ਹੋ ਸਕਦਾ? ਸਭ ਕੁਝ ਹੋ ਸਕਦਾ। ਸਾਡੇ ਨੌਜਵਾਨਾਂ ਨੂੰ ਪੰਜਾਬ ਨਾਲੋਂ ਤੋੜਿਆ ਜਾ ਰਿਹਾ, ਪੰਜਾਬੀ ਨਾਲੋਂ ਤੋੜਿਆ ਜਾ ਰਿਹਾ, ਜਿਸ ਦਾ ਨਤੀਜਾ ਅੱਜ ਇਹ ਨਿਕਲਿਆ ਕਿ ਸਾਡੇ ਨੌਜਵਾਨ ਨਸ਼ੇ ਨਾਲ ਖਤਮ ਹੋ ਰਹੇ ਨੇ, ਸਾਡੇ ਨੌਜਵਾਨ ਪੰਜਾਬ ਤੋਂ ਉੱਜੜ ਰਹੇ ਨੇ। ਇੱਕ ਉਜਾੜਾ ਤੁਸੀਂ 1947 'ਚ ਦੇਖਿਆ ਹੋਣਾ ਵੀ ਲੋਕ ਗੱਡਿਆਂ ਦੇ ਸਮਾਨ ਲੈ ਕੇ ਉੱਧਰੋਂ ਇੱਧਰ ਆਏ, ਉੱਧਰੋਂ ਇੱਕ ਉਜਾੜਾ ਹੁਣ ਹੋ ਰਿਹਾ। ਉਹ ਉਜਾੜਾ ਕਿਹੜਾ? ਅਸੀਂ ਆਪ ਟੇਚੀਆਂ 'ਚ ਆਪਣੇ ਬੱਚਿਆਂ ਦੇ ਸਮਾਨ ਪੈਕ ਕਰਦੇ ਹਾਂ, ਆਪ ਅਸੀਂ ਉਹ ਉਜਾੜਾ ਕਰਕੇ ਏਅਰਪੋਰਟ 'ਤੇ ਛੱਡ ਕੇ ਆਉਂਦੇ, ਜਾ ਪੁੱਤਰ ਉੱਜੜ ਇੱਥੋਂ ਪੰਜਾਬ 'ਚੋਂ ਬਾਹਰ ਚਲੇ ਜਾ। ਉਹ ਉਜਾੜਾ ਅਸੀਂ ਕਰ ਰਹੇ ਹਾਂ। ਉਹ ਉਜਾੜਾ ਕਿਉਂ ਹੋ ਰਿਹਾ? ਕਿਉਂਕਿ ਇਹਨਾਂ ਸਰਕਾਰਾਂ ਨੇ ਬਣਦੇ ਜਿਹੜੇ ਫਰਜ਼ ਸੀਗੇ ਉਹ ਪੰਜਾਬ ਦੇ ਲਈ, ਪੰਜਾਬੀਅਤ ਲਈ ਨਹੀਂ ਅਦਾ ਕੀਤੇ ਹੈਗੇ। ਤੁਸੀਂ ਪਹਿਲਾਂ ਗੱਲਬਾਤ ਦੇ ਵਿੱਚ ਆਫ ਰਿਕਾਰਡ ਇਹ ਦੱਸਿਆ ਸੀ ਕਿ ਤੁਸੀਂ ਬਾਹਰ ਪੜ੍ਹਾਈ ਕੀਤੀ ਆ, ਤਾਂ ਜਦੋਂ ਸਾਡੇ ਬੱਚੇ ਇੱਥੋਂ ਬਾਹਰ ਚਲੇ ਜਾਣਗੇ ਤਾਂ ਉਹਨਾਂ ਦੇ ਕੋਲੇ ਆਪਣਾ ਪਹਿਰਾਵਾ ਨਹੀਂ ਹੋਏਗਾ, ਆਪਣੀ ਬੋਲੀ ਨਹੀਂ ਹੋਏਗੀ, ਆਪਣੀ ਇਤਿਹਾਸ ਤਾਂ ਜਿਹੜਾ ਹੈਗਾ ਉਹਨੂੰ ਪੇਸ਼ ਕਰਨ ਦੇ ਲਈ ਨਈ ਚੀਜ਼ਾਂ ਹੋਣਗੀਆਂ, ਹਨ। ਤਾਂ ਫਿਰ ਉਹ ਲੋਕਾਂ ਨੂੰ ਮਾਣ ਮਿਲ ਸਕੂਗਾ ਉੱਥੇ? ਤੁਹਾਨੂੰ ਲੱਗਦਾ ਕਿ ਤੇ ਪੰਜਾਬ ਛੱਡ ਕੇ ਤਾਂ ਚਲੇ ਜਾਣਗੇ, ਕੰਮਕਾਰ ਵੀ ਹੋ ਜਾਣਗੇ, ਸਾਰਾ ਕੁਝ, ਤਾਂ ਉਹ ਲੋਕ ਫਿਰ ਸਵਾਲ ਨਹੀਂ ਕਰਨਗੇ ਕਿ ਤੁਹਾਡੇ ਕੋਲ ਤਾਂ ਆਪਣਾ ਪਹਿਰਾਵਾ ਵੀ ਨਹੀਂ, ਤੁਹਾਡੇ ਕੋਲ ਤਾਂ ਆਪਣੀ ਬੋਲੀ ਨਹੀਂ, ਬੋਲੀ ਤੁਸੀਂ ਸਾਡੀ ਬੋਲਦੇ ਹੋ, ਪਹਿਰਾਵਾ ਤੁਸੀਂ ਸਾਡਾ ਪਾਉਂਦੇ ਹੋ, ਤਾਂ ਤੁਹਾਡੇ ਕੋਲ ਕੁਝ ਵੀ ਨਹੀਂ? ਤੁਹਾਨੂੰ ਲੱਗਦਾ ਵੀ ਮਾਣ ਪ੍ਰਾਪਤ ਕਰਨਗੇ ਉਹ ਲੋਕ ਉੱਥੇ ਜਾ ਕੇ? ਦੇਖੋ ਜੀ, ਆਪਣੇ ਘਰ ਤੋਂ ਚਾਹੇ ਕੱਚਾ ਹੋਵੇ ਚਾਹੇ ਪੱਕਾ ਹੋਵੇ, ਆਪਣਾ ਘਰ ਆਪਣਾ ਹੀ ਹੁੰਦਾ ਵਾ। ਜੇ ਅਸੀਂ ਦੂਜੇ ਦੇ ਦੇਸ਼ 'ਚ ਜਾ ਰਹੇ ਹਾਂ, ਅਸੀਂ ਦੂਜਿਆਂ ਦੇ ਦੇਸ਼ 'ਚ ਜਾ ਰਹੇ ਹਾਂ, ਉੱਥੇ ਜਾ ਕੇ ਅਸੀਂ ਥੋਪੀਏ ਵੀ ਤੁਸੀਂ ਆਹ ਕਰ ਲਓ, ਇਹ ਕਦੇ ਵੀ ਕਾਮਯਾਬ ਨਹੀਂ ਹੁੰਦਾ। ਹਾਂ, ਇਹ ਹੋ ਸਕਦਾ ਕਿ ਉਹ ਸਾਡਾ ਕੁਝ ਦੇਖ ਕੇ ਸਾਨੂੰ ਮਾਣ ਦੇ ਸਕਦੇ ਨੇ ਮਾੜਾ ਮੋਟਾ, ਪਰ ਉਹ ਪੰਜਾਬੀ ਭਾਸ਼ਾ ਨੂੰ ਮਾਣ ਨਹੀਂ ਮਿਲ ਸਕਦਾ ਜਿੰਨਾ ਚਿਰ ਤੱਕ ਅਸੀਂ ਪੰਜਾਬ ਦੇ ਵਿੱਚ ਇਹਨੂੰ ਪ੍ਰਫੁੱਲਤ ਨਹੀਂ ਕਰਦੇ। ਸਾਡੇ ਜਿਹੜੇ ਨੌਜਵਾਨ ਬਾਹਰ ਜਾਂਦੇ ਨੇ, ਉੱਥੇ ਜਾ ਕੇ ਸਖਤ ਮਿਹਨਤਾਂ ਕਰਦੇ ਨੇ, ਉਹ ਦਿਨ ਰਾਤ ਇੱਕ ਕਰਦੇ ਨੇ, ਠੀਕ ਆ, ਉਹ ਉੱਥੋਂ ਦਾ ਗੁਜ਼ਾਰਾ ਉਹ ਕਰ ਰਹੇ ਨੇ, ਕਿਉਂਕਿ ਮੈਂ ਖੁਦ ਵੀ ਉਹ ਸਾਰਾ ਆਪਣੇ ਤੇ ਅਸੀਂ ਸਾਰਾ ਕੁਝ ਦੇਖਿਆ, ਅਸੀਂ ਪੜ੍ਹੇ ਵੀ ਹਾਂ, ਅਸੀਂ ਸ਼ਿਫਟਾਂ ਵੀ ਲਾਈਆਂ ਨੇ, ਅਸੀਂ ਫੀਸਾਂ ਵੀ ਭਰੀਆਂ ਨੇ, ਸਾਰਾ ਕੁਝ ਕੀਤਾ। ਪਰ ਇਹੋ ਜਿਹਾ ਪੰਜਾਬ ਵਾਲਾ ਮਾਣ ਉਹ ਨਹੀਂ ਹੈਗਾ ਜਿਹੜਾ ਇੱਥੇ ਆ, ਉਹ ਉੱਥੇ ਨਹੀਂ ਹੈਗਾ। ਜੋ ਮਰਜ਼ੀ ਕਰ ਲਓ, ਪਰ ਉਹ ਲੋਕ ਨੇ ਸਾਡੀ ਰਿਸਪੈਕਟ ਕਰਦੇ ਨੇ, ਕਿਉਂਕਿ ਅੱਜ ਗੋਰੇ ਵੀ ਪੰਜਾਬੀ ਪੜ੍ਹ ਰਹੇ ਨੇ, ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਪੰਜਾਬੀ ਜਿਹੜੀ ਸੰਪੂਰਨ ਭਾਸ਼ਾ, ਉਹ ਇਹਨਾਂ ਭਾਸ਼ਾਵਾਂ ਨੂੰ ਉਹਦਾ ਗਿਆਨ ਲੈ ਰਹੇ ਨੇ। ਪਰ ਸਾਡੇ ਪੰਜਾਬ ਦੇ ਲੋਕ ਕਿਉਂ ਟੁੱਟਦੇ ਜਾ ਰਹੇ ਨੇ? ਸਵਾਲ ਇਹ ਆ ਰਿਹਾ ਅੱਜ ਸਾਡੇ ਅੱਗੇ ਕਿ ਸਾਡੇ ਪੰਜਾਬ ਦੇ ਲੋਕ ਆਪਣੇ ਪਹਿਰਾਵੇ, ਆਪਣੀ ਭਾਸ਼ਾ, ਆਪਣੇ ਜਿਹੜਾ ਸੱਭਿਆਚਾਰ, ਆਪਣਾ ਖਿੱਤਾ, ਇਹਨੂੰ ਕਿਉਂ ਛੱਡ ਕੇ ਦੂਰ ਹੋ ਰਹੇ ਨੇ? ਤੇ ਕਿਉਂ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਜੇ ਅਸੀਂ ਪੰਜਾਬੀ ਰਹਾਂਗੇ ਤੇ ਸਾਡੇ ਤੇ ਤਾਂ ਬਹੁਤ ਵੱਡਾ ਇੱਕ ਬੋਝ ਆ, ਤੇ ਇਹ ਤਾਂ ਬਹੁਤ ਵੱਡਾ ਅਸੀਂ ਇੱਕ ਅਨਪੜ੍ਹ ਗਵਾਰ ਆ। ਸੋ ਇਹ ਚੀਜ਼ ਨੂੰ ਸਾਨੂੰ ਸਮਝਣਾ ਪੈਣਾ ਜੀ। ਜਦੋਂ ਸਾਡੇ ਬੱਚੇ ਸਕੂਲਾਂ ਦੇ ਵਿੱਚ ਜਾਂਦੇ ਨੇ, ਬਹੁਤੇ ਸਕੂਲਾਂ ਦੇ ਵਿੱਚ ਹਿੰਦੀ ਭਾਸ਼ਾ ਨੂੰ ਉੱਤੇ ਰੱਖਿਆ ਜਾਂਦਾ, ਜਦੋਂ ਕਿ ਸਾਡੀ ਬੋਲਚਾਲ ਦੀ ਆਮ ਭਾਸ਼ਾ ਜਿਹੜੀ ਹੈਗੀ ਆ ਉਹ ਪੰਜਾਬੀ ਹੈ, ਤਾਂ ਫਿਰ ਜਿਹੜੇ ਬੱਚੇ ਸਾਡੇ ਹੈਗੇ ਨੇ ਉਹਨਾਂ ਨੂੰ ਹਿੰਦੀ ਇੰਗਲਿਸ਼ ਨਾਲ ਜੋੜਿਆ ਜਾਂਦਾ ਤੇ ਪੰਜਾਬੀ ਲਈ ਫਾਈਨ ਲਾ ਦਿੱਤੇ ਜਾਂਦੇ ਆ ਪੰਜਾਬ ਦੇ ਵਿੱਚ ਰਹਿੰਦੇ ਹੋਏ ਹੀ। ਸੋ ਬੱਚਾ ਇੰਨਾ ਕਨਫਿਊਜ਼ ਹੋ ਜਾਂਦਾ ਹੈ, ਉਹ ਨਾ ਇੱਕ ਬੋਲੀ ਦੇ ਨਾਲ ਦੂਜੀ ਨੂੰ ਕੰਪੇਅਰ ਕਰਕੇ ਨਹੀਂ ਸਿੱਖ ਸਕਦਾ। ਅੱਧੀ ਕੁ ਪੰਜਾਬੀ ਬੋਲੀ ਜਾਂਦਾ, ਅੱਧੀ ਕੋ ਹਿੰਦੀ ਬੋਲੀ ਜਾਂਦਾ। ਫਿਰ ਉਹ ਜਦੋਂ ਮੈਡਮ ਨੂੰ ਕੋਈ ਗੱਲ ਵੀ ਟੀਚਰ ਨੂੰ ਕਹਿੰਦਾ, ਫਿਰ ਉਹ ਇਹੀ ਕਹਿੰਦਾ, ਮੈਡਮ ਜੀ ਜੇ ਹਮਕੋ ਕੂਟਤਾ ਹੈ। ਤੁਹਾਨੂੰ ਕੀ ਲੱਗਦਾ ਫਿਰ ਇੱਦਾਂ ਸਹੀ ਜਿਹੜਾ ਹੈਗਾ ਬੱਚਿਆਂ ਦਾ ਮਤਲਬ ਬੱਚੇ ਗਰੋ ਕਰ ਸਕਣਗੇ ਮਤਲਬ ਵਧੀਆ? ਦੇਖੋ ਜੀ, ਇੱਕ ਰਿਸਰਚ ਹੋਈ ਸੀਗੀ ਜਿਹਦੇ ਵਿੱਚ ਛੋਟੇ ਬੱਚਿਆਂ ਨੂੰ ਮਤਲਬ ਉਹਨਾਂ ਨੂੰ ਮਤਲਬ ਦੇਖਿਆ ਗਿਆ ਵੀ ਇਹ ਕੀ ਮਤਲਬ ਸਾਰਾ ਕੁਝ ਪੜ੍ਹੇਗਾ। ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜਾ ਬੱਚਾ ਹੈ, ਜੇ ਉਹਨੂੰ ਆਪਣੀ ਜਿਹੜੀ ਮਾਂ ਬੋਲੀ ਆ ਉਹਦੇ ਵਿੱਚ ਜਿਹੜਾ ਉਹਦਾ ਗਿਆਨ ਆ ਉਹਨੂੰ ਦਿੱਤਾ ਜਾਵੇ, ਉਹ ਛੇਤੀ ਸਿੱਖਦਾ ਤੇ ਛੇਤੀ ਸਮਝਦਾ। ਜੇ ਦੂਜੀਆਂ ਭਾਸ਼ਾਵਾਂ ਲਿਆ ਕੇ ਤੇ ਥੋਪੀਆਂ ਜਾਣ ਤਾਂ ਉਹਨਾਂ ਜਿਹੜਾ ਉਹਦਾ ਦਿਮਾਗ ਆ ਉਹਨਾਂ ਵਿਕਸਿਤ ਨਹੀਂ ਹੁੰਦਾ ਹੈਗਾ ਜਿੰਨਾ ਉਹਦਾ ਮਾਂ ਬੋਲੀ ਦੇ ਮੀਡੀਅਮ ਦੇ ਰਾਹੀਂ। ਹੁਣ ਤੁਸੀਂ ਮੈਨੂੰ ਇਹ ਦੱਸੋ, ਆਪਾਂ ਇੱਥੇ ਹਿੰਦੀ ਇੰਗਲਿਸ਼ ਦੇ ਵਿੱਚ ਪਿੱਛੇ ਭੱਜੇ ਹੋਏ ਹਾਂ। ਮੈਂ ਸਪੇਨ ਵੀ ਗਿਆ, ਮੈਂ ਫਰਾਂਸ ਵੀ ਗਿਆ, ਉਹ ਤਾਂ ਆਪਣਾ ਮੀਡੀਅਮ ਪੜ੍ਹਾ ਰਹੇ ਨੇ, ਉਹ ਫਰੈਂਚ ਬੋਲ ਰਹੇ ਨੇ, ਉਹ ਸਪੈਨਿਸ਼ ਕਰ ਰਹੇ ਨੇ। ਪਰ ਸਾਨੂੰ ਕੀ ਬਿਮਾਰੀ ਪੈ ਗਈ ਆ ਕਿ ਸਾਡੇ ਤੇ ਲਿਆ ਕੇ ਸਾਡੇ ਸਕੂਲਾਂ ਦੇ ਵਿੱਚ ਫਾਈਨ ਠੋਕ ਰਹੇ ਨੇ? ਇਹਦੇ ਵਿੱਚ ਸਾਡੀ ਕਮੀ ਆ, ਕਿਉਂਕਿ ਜਦੋਂ ਸਾਡੇ ਬੱਚੇ ਘਰੇ ਆ ਕੇ ਹਿੰਦੀ ਬੋਲਦੇ ਨੇ ਕਿ ਮਾਂ ਪਿਓ ਇਕੱਠੇ ਹੋ ਕੇ ਸਕੂਲਾਂ ਦੇ ਮੂਹਰੇ ਲਾਉਣ ਧਰਨਾ ਕਿ ਤੁਸੀਂ ਕੌਣ ਹੁੰਦੇ ਆ ਸਾਡੀ ਮਾਂ ਬੋਲੀ ਤੋਂ ਸਾਡੇ ਬੱਚਿਆਂ ਨੂੰ ਦੂਰ ਕਰਨ ਵਾਲੇ। ਜਿਹੜੀਆਂ ਸਰਕਾਰਾਂ ਨੇ, ਜਿਹੜੀ ਸਾਡੇ ਇੱਥੇ ਦੇ ਲੀਡਰ ਨੇ ਚੁਣੇ ਹੋਏ, ਉਹਨਾਂ ਦਾ ਫਰਜ਼ ਬਣਦਾ ਕਿ ਉਹ ਆਉਣ, ਪਰ ਕੋਈ ਆਪਣਾ ਫਰਜ਼ ਹੀ ਨਹੀਂ ਨਿਭਾ ਰਿਹਾ। ਜੇ
ਮੰਨ ਲਓ ਹੁਣ ਤੁਹਾਨੂੰ ਕੋਈ ਪਤਾ ਲੱਗਦਾ ਜਾਂ ਦੇਖਣ ਵਾਲੇ ਚੈਨਲ ਤੇ ਮੈਂ ਗੱਲ ਕਰ ਰਿਹਾ, ਜੇ ਕਿਸੇ ਨੂੰ ਇਦਾਂ ਦੀ ਗੱਲ ਆ ਰਹੀ ਆ ਕਿ ਸਕੂਲਾਂ ਦੇ ਵਿੱਚ ਜਬਰੀ ਹਿੰਦੀ ਬੁਲਾਈ ਜਾ ਰਹੀ ਆ ਤਾਂ ਇਕੱਠੇ ਹੋ ਕੇ ਉਹਨਾਂ ਦੇ ਸਾਹਮਣੇ ਖੜੇ ਹੋਵੋ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਸਾਡੀ ਭਾਸ਼ਾ ਖਤਮ ਕਰ ਦੇਣੀ ਆ। ਪੂਰਾ ਜਿਹੜਾ ਦੇਸ਼ ਆ ਭਾਰਤ ਆ, ਇਹਦੇ ਵਿੱਚ ਕਿੰਨੀਆਂ ਭਾਸ਼ਾਵਾਂ ਨੇ। ਤੁਸੀਂ ਕੇਰਲ ਸਾਈਡ ਚਲੇ ਜਾਓ, ਤੁਹਾਨੂੰ ਕੋਈ ਬੋਰਡ ਹਿੰਦੀ 'ਚ ਲੱਗਿਆ ਹੋਇਆ ਮਿਲਦਾ? ਹੋਰ ਗੁਜਰਾਤ ਚਲੇ ਜਾਓ, ਤੁਹਾਨੂੰ ਮਿਲਦਾ? ਸਾਡੇ ਹੀ ਪੰਜਾਬ ਤੇ ਕਿਉਂ ਗਲਾਵਾ ਪਾਇਆ ਵੀ ਹਿੰਦੀ ਬਣਾ ਦਿਓ ਜੀ, ਇਹਨਾਂ ਨੂੰ ਹਿੰਦੀ ਬਣਾ ਦਿਓ? ਕਿਉਂਕਿ ਆਰਐਸਐਸ ਚਾਹੁੰਦੀ ਆ ਵੀ ਇਹਨੂੰ ਸਟੇਟ ਨੂੰ ਖਤਮ ਕਰੋ। ਹੁਣ ਜੰਮੂ ਕਸ਼ਮੀਰ ਦਾ ਸਟੇਟ ਦਾ ਦਰਜਾ ਤੋੜਤਾ, ਉਹ ਡਰਦੇ ਪੰਜਾਬ ਤੋਂ ਨੇ। ਜੇ ਆਰਐਸਐਸ ਨੇ ਆਪਣਾ ਏਜੰਡਾ ਲਾਗੂ ਕਰਨਾ ਤਾਂ ਪੰਜਾਬੀਆਂ ਨੂੰ ਖਤਮ ਕਰਨਾ ਪੈਣਾ ਤੇ ਪੰਜਾਬੀ ਭਾਸ਼ਾ ਨੂੰ ਖਤਮ ਕਰਨਾ ਪੈਣਾ। ਇਸ ਕਰਕੇ ਪੰਜਾਬ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ। ਦੂਜੀਆਂ ਸਟੇਟਾਂ ਤੇ ਕਿਉਂ ਨਹੀਂ ਕੀਤੇ ਜਾ ਰਹੇ? ਦੂਜੀਆਂ ਸਟੇਟਾਂ ਵਾਲੇ ਤਾਂ ਸਾਰੇ, ਕੇਰਲਾ ਦੇ ਵਿੱਚ ਜਾਓ ਉੱਥੇ ਕੋਈ ਹਿੰਦੀ ਬੋਲਦਾ? ਮੈਨੂੰ ਇੱਕ ਗੱਲ ਇਹ ਦੱਸਣ ਕਿ ਹਿੰਦੀ ਦੀ ਨੈਸ਼ਨਲ ਲੈਂਗੁਏਜ ਕਿਹੜੀ ਆ? ਸੌਰੀ, ਇੰਡੀਆ ਦੀ ਨੈਸ਼ਨਲ ਲੈਂਗੁਏਜ ਹਿੰਦੀ ਆ? ਕੋਈ ਲੈਂਗੁਏਜ ਹੀ ਨਹੀਂ ਹੈਗੀ ਹਿੰਦੀ ਦੀ, ਕਿਉਂਕਿ ਇੱਥੇ ਕਿਸੇ ਵੀ ਅੱਜ ਤੱਕ ਭਾਸ਼ਾ ਨੂੰ ਜਿਹੜੀ ਸਾਡੀ ਇੰਟਰਨੈਸ਼ਨਲ ਲੈਂਗੁਏਜ ਆ ਉਹਦਾ ਹਜੇ ਦਰਜਾ ਨਹੀਂ ਦਿੱਤਾ ਗਿਆ। ਹਾਂ, ਓਫੀਸ਼ੀਅਲ ਲੈਂਗੁਏਜ ਹਿੰਦੀ ਹੈਗੀ ਆ ਜ਼ਰੂਰ ਆ, ਪਰ ਭਾਸ਼ਾ ਕੋਈ ਸਾਡੀ ਜਿਹੜੀ ਨੈਸ਼ਨਲ ਭਾਸ਼ਾ ਉਹ ਕੋਈ ਨਹੀਂ ਹੈਗੀ ਹਜੇ ਤੱਕ। ਸਾਰੀਆਂ ਆਪਣੀਆਂ ਆਪਣੀਆਂ ਸਟੇਟਾਂ ਨੇ, ਕਿਉਂਕਿ ਜਦੋਂ ਇਹ ਭਾਰਤ ਤੇ ਬਣਾਇਆ ਗਿਆ ਤਾਂ ਇਹਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਨੇ, ਜਿਵੇਂ ਵੈਸਟ ਆਪਣਾ ਹੋ ਗਿਆ, ਬੰਗਾਲ ਹੋ ਗਿਆ, ਜਾਂ ਇੱਧਰ ਕੇਰਲਾ ਸਾਈਡ ਹੋ ਗਿਆ, ਜਾਂ ਪੰਜਾਬ ਹੋ ਗਿਆ। ਇੱਥੇ ਅਲੱਗ-ਅਲੱਗ ਰਾਜਿਆਂ ਦੇ ਰਾਜ ਸੀਗੇ, ਅਲੱਗ-ਅਲੱਗ ਸਟੇਟਾਂ ਸੀਗੀਆਂ, ਉਹਨਾਂ ਨੂੰ ਇਕੱਠਾ ਕਰਕੇ ਇਹਨਾਂ ਨੇ ਯੂਨੀਅਨ ਇੰਡੀਆ ਬਣਾਇਆ। ਸੋ ਅੱਜ ਉਹ ਯੂਨੀਅਨ ਇੰਡੀਆ ਜਿਹੜਾ ਬਣ ਗਿਆ, ਉਹ ਅੱਜ ਆਪਣਾ ਜਿਹੜਾ ਇੱਕ ਏਜੰਡਾ ਆਰਐਸਐਸ ਦਾ ਉਹ ਸਾਰਿਆਂ ਤੇ ਥੋਪਣਾ ਚਾਹੁੰਦਾ। ਜੇ ਉਹ ਇਹੋ ਜਿਹਾ ਕੁਝ ਕਰਨਗੇ ਤਾਂ ਉਹਦੇ ਨਤੀਜੇ ਨੇ ਜਿਹੜੇ ਉਹ ਫਿਰ ਭੁਗਤਣੇ ਤਾਂ ਪੈਣੇ ਹੀ ਨੇ ਇਹਨਾਂ ਨੂੰ। ਜਦੋਂ ਅਜਿਹੇ ਹਮਲੇ ਤੁਸੀਂ ਕਹਿੰਦੇ ਹੋ ਕਿ ਪੰਜਾਬੀ ਦੇ ਉੱਤੇ ਹੁੰਦੇ ਆ, ਤਾਂ ਬਹੁਤ ਸਾਰੇ ਫਿਰ ਮੰਚ ਬਣੇ ਹੋਏ ਆ, ਕੋਈ ਸਭਾ ਬਣੀ ਹੋਈ ਹੈ ਪੰਜਾਬੀਆਂ ਦੀ, ਲੇਖਕ ਸਭਾ ਕੋਈ ਬਣੀ ਹੋਈ, ਕੋਈ ਕਿਸੇ ਤਰ੍ਹਾਂ ਦੀ ਸਭਾ ਬਣੀ ਹੋਈ ਹੈ। ਕੁਝ ਕਲਾਕਾਰ ਵੀ ਕਹਿੰਦੇ ਨੇ ਕਿ ਅਸੀਂ ਪੰਜਾਬੀ ਬੋਲੀ ਦੀ ਸੇਵਾ ਕਰਦੇ ਹਾਂ, ਪਰ ਜਦੋਂ ਇਸ ਤਰ੍ਹਾਂ ਦੇ ਹਮਲੇ ਹੁੰਦੇ ਨਾ ਤਾਂ ਕੋਈ ਬੋਲਦਾ ਹੈ, ਸਗੋਂ ਉਲਟੇ ਕਈ ਵਾਰੀ ਅਜਿਹੇ ਬਿਆਨ ਆ ਜਾਂਦੇ ਆ ਕਿ ਇੱਕ ਰਾਸ਼ਟਰ ਇੱਕ ਭਾਸ਼ਾ ਤਾਂ ਫਿਰ ਹੋਣੀ ਚਾਹੀਦੀ ਆ। ਸਾਰੀ ਉਮਰ ਕਹੀ ਜਾਂਦੇ ਕਿ ਅਸੀਂ ਪੰਜਾਬੀ ਦੀ ਸੇਵਾ ਕਰਦੇ ਹਾਂ, ਪੰਜਾਬੀ ਦੀ ਸੇਵਾ ਕਰਦੇ ਹਾਂ। ਜਦੋਂ ਹੱਕ ਵਿੱਚ ਆਵਾਜ਼ ਬੁਲੰਦ ਕਰਨ ਦਾ ਸਮਾਂ ਆਉਂਦਾ ਫਿਰ ਪੈਰ ਪਿੱਛੇ ਖਿੱਚ ਲੈਂਦੇ। ਦੇਖੋ ਜੀ, ਮੈਂ ਕੋਈ ਲੁਕ ਛਿਪ ਕੇ ਨਹੀਂ ਗੱਲ ਕਰਦਾ। ਗੁਰਦਾਸ ਮਾਨ ਤੋਂ ਲਾ ਲਓ, ਸਿੱਧਾ ਖਾਦਾ ਉਹਨੇ ਮਾਂ ਬੋਲੀ ਦਾ ਗੀਤ, ਮਾਂ ਬੋਲੀ ਦੇ ਗਾਏ, ਤੇ ਜਾ ਕੇ ਆਰਐਸਐਸ ਦੀ ਝੋਲੀ 'ਚ ਡਿੱਗ ਗਿਆ। ਕਹਿੰਦਾ ਹਿੰਦੀ ਇੱਕ ਦੇਸ਼ ਇੱਕ ਭਾਸ਼ਾ ਦੀ ਗੱਲ ਕਰਨ ਲੱਗ ਗਿਆ। ਕਹਿੰਦਾ ਇਹ ਤਾਂ ਮਾਂ ਤੇ ਮਾਸੀ ਵਾਲਾ ਰਿਸ਼ਤਾ। ਸੋ ਇਹੋ ਜਿਹੇ ਜਿਹੜੇ ਮਤਲਬ ਇਹਨਾਂ ਨੂੰ, ਇਹ ਲੋਕ ਪਤਾ ਕੌਣ ਨੇ? ਇਹ ਲੋਕ ਜਿਹੜੇ ਤੁਸੀਂ ਗੱਲ ਕਰਦੇ ਹੋ, ਸਿੰਗਰਾਂ ਦੀ ਗੱਲ ਕਰਦੇ ਹੋ, ਜਿਹੜੇ ਸਾਰਿਆਂ ਦੀ ਗੱਲ ਨਹੀਂ ਮੈਂ ਕਰ ਰਿਹਾ, ਵਿੱਚ ਹੈਗੇ ਨੇ ਜਿਹੜੇ ਸਿਰਫ ਇੱਕ ਪੈਸੇ ਕਮਾਉਣ ਦਾ ਜ਼ਰੀਆ ਰੱਖਿਆ ਆ। ਉਦੋਂ ਤਾਂ ਮਾਂ ਬੋਲੀ, ਜਦੋਂ ਮਾਂ ਬੋਲੀ ਦੇ ਲਈ ਖੜਨ ਦਾ ਟਾਈਮ ਆਉਂਦਾ ਉਦੋਂ ਫਿਰ ਇਹਨਾਂ ਦੇ ਜਿਹੜੇ ਪੈਰ ਨੇ, ਲੱਤਾਂ ਨੇ, ਉਹ ਬੋਝ ਨਹੀਂ ਝੱਲਦੀਆਂ ਇਹਨਾਂ ਦਾ। ਫਿਰ ਡਰਦੇ ਨੇ ਆਰਐਸਐਸ ਤੋਂ, ਮੋਹਨ ਭਗਵਤ ਉਹਨਾਂ ਤੋਂ, ਫਿਰ ਡਰ ਕੇ ਫਿਰ ਹਿੰਦੀ ਮਾਂ ਬੋਲੀ ਬਣਾ ਕੇ ਆਪਣਾ ਉਹਦੇ ਪੱਖ 'ਚ ਭੁਗਤ ਜਾਂਦੇ ਨੇ। ਇਹੋ ਜਿਹੇ ਕਲਾਕਾਰਾਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਆ, ਤੇ ਇਹੋ ਜਿਹੇ ਕਲਾਕਾਰਾਂ ਦਾ ਬਿਲਕੁਲ ਬਾਈਕਾਟ ਕਰਨਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ, ਜਿਹੜਾ ਖਾ ਕੇ ਪੰਜਾਬੀਆਂ ਦਾ, ਖਾ ਕੇ ਮਾਂ ਬੋਲੀ ਦਾ ਤੇ ਮਾਂ ਬੋਲੀ ਦੇ ਜਿਹੜਾ ਵਿਰੋਧਤਾ ਕਰਦੇ ਨੇ ਫਿਰ ਇਹੋ ਜਿਹੇ। ਤੁਹਾਨੂੰ ਲੱਗਦਾ ਹੁਣ ਕਲਾਕਾਰਾਂ ਦੀ ਗੱਲ ਹੋਈ ਹੈ ਕਿ ਬਹੁਤ ਸਾਰੇ, ਜਦੋਂ ਅਸੀਂ ਗੱਲ ਕਰਦੇ ਨਾ, ਹਰ ਕੋਈ ਇਹ ਕਹਿੰਦਾ ਕਿ ਮੈਂ ਪੰਜਾਬੀ ਬੋਲੀ ਦੀ ਸੇਵਾ ਕਰਦਾ, ਜਾਂ ਕਿਸੇ ਨੇ ਪੰਜਾਬੀ ਬੋਲੀ ਦੀ ਬਹੁਤ ਸਾਰੀ ਸੇਵਾ ਕੀਤੀ ਹੈ। ਤੁਹਾਨੂੰ ਲੱਗਦਾ ਕਿ ਪੰਜਾਬੀ ਬੋਲੀ ਦੀ ਕੋਈ ਸੇਵਾ ਕਰ ਸਕਦਾ? ਪੰਜਾਬੀ ਤਾਂ ਆਪਣੇ ਆਪ ਦੇ ਵਿੱਚ ਇੰਨੀ ਵੱਡੀ ਬੋਲੀ ਆ, ਪੰਜਾਬੀ ਦੀ ਕਿਸੇ ਨੇ ਕੀ ਸੇਵਾ ਕਰਨੀ? ਪੰਜਾਬੀ ਨੇ ਤਾਂ ਆਪ ਰੋਜ਼ਗਾਰ ਦਿੱਤਾ ਹੋਇਆ। ਤੁਸੀਂ ਕਿੱਦਾਂ ਦੇਖਦੇ ਹੋ ਇਸ ਗੱਲ ਨੂੰ? ਦੇਖੋ, ਪੰਜਾਬੀ ਦੀ ਸੇਵਾ ਨਹੀਂ ਕੀਤੀ ਜਾ ਸਕਦੀ। ਪੰਜਾਬੀ ਤੋਂ ਇਹ ਮਤਲਬ ਬਣ ਰਹੇ ਨੇ। ਪੰਜਾਬੀ ਮਾਂ ਬੋਲੀ ਇਹਨਾਂ ਦੀ ਸੇਵਾ ਕਰ ਰਹੀ ਆ। ਇਹਨਾਂ ਨੂੰ ਜਿਹੜੀ ਐਡੀਆਂ ਗੱਡੀਆਂ ਦੇ ਦਿੱਤੀਆਂ ਨੇ, ਐਡੀਆਂ ਇਹਨਾਂ ਨੇ ਮਹਿਲ ਛੱਤ ਲਏ ਨੇ ਮਾਂ ਬੋਲੀ ਦੇ ਉੱਪਰ। ਇਹਨਾਂ ਦੇ ਮੂੰਹ 'ਚ ਬੁਰਕੀ ਪੰਜਾਬੀ ਨੇ ਪਾਈ ਹੈ। ਬੁਰਕੀ ਪੰਜਾਬੀ ਨੇ ਪਾਈ ਆ, ਤੁਸੀਂ ਕਹਿ ਸਕਦੇ, ਰੁਜ਼ਗਾਰ ਦਿੱਤਾ ਜਿਹਨੂੰ ਆਪਾਂ ਕਹਿ ਸਕਦੇ ਹਾਂ। ਪਰ ਕਿਤੇ ਨਾ ਕਿਤੇ ਇਹ ਲੋਕਾਂ ਨੇ ਉਹ ਬਣਦਾ ਫਰਜ਼ ਜੀ ਵੀ ਅਦਾ ਨਹੀਂ ਕੀਤਾ। ਕੋਈ ਇਹੋ ਜਿਹਾ ਸਿਸਟਮ ਨਹੀਂ ਬਣਾਇਆ ਜਿੱਥੇ ਸਾਡੇ ਜਿਹੜੀ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕੀਤਾ ਜਾਂਦਾ, ਜਾਂ ਕੋਈ ਸਾਰੇ ਇਹੋ ਜਿਹੇ ਸਾਡੇ ਜਿਹੜੇ ਕਲਾਕਾਰ ਨੇ ਕੋਈ ਰਲ ਮਿਲ ਕੇ ਸਾਰਾ ਕੋਈ ਡੋਨੇਸ਼ਨ ਦੇ ਨਾਲ ਕੋਈ ਇਹੋ ਜਿਹਾ ਇੱਥੇ ਕੋਈ ਸੈਂਟਰ ਖੜਾ ਕਰਦੇ ਜਾਂ ਕੁਝ ਵੀ ਕਰਦੇ ਕੋਈ ਭਾਸ਼ਾ ਦੇ ਲਈ, ਜਿੱਥੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕੀਤਾ ਜਾਂਦਾ। ਪਰ ਉਹੋ ਜਿਹਾ ਫਰਜ਼ ਕਿਸੇ ਵੀ ਨੇ ਅੱਜ ਤੱਕ ਅਦਾ ਨਹੀਂ ਕੀਤਾ ਹੈਗਾ। ਕਿਹੋ ਜਿਹੇ ਯਤਨ ਕੀਤੇ ਜਾਣੇ ਚਾਹੀਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ, ਪੰਜਾਬੀ ਨੂੰ ਰੁਤਬਾ ਜਿਹੜਾ ਹੈਗਾ ਪੰਜਾਬ ਵਿੱਚ ਵੀ ਤੇ ਜਿੱਥੇ ਜਿੱਥੇ ਮਿਲਣਾ ਚਾਹੀਦਾ ਉਹ ਰੁਤਬਾ ਮਾਂ ਬੋਲੀ ਨੂੰ ਮਿਲ ਸਕੇ? ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਇੱਕ ਗੱਲ ਕਹਿਣਾ ਚਾਹੁੰਦਾ। ਅੱਜ ਤੋਂ ਜਿੰਨੇ ਲੋਕ ਦੇਖ ਰਹੇ ਨੇ, ਪ੍ਰਣ ਕਰ ਲਓ ਕਿ ਅਸੀਂ ਜਿਹੜੇ ਆਪਣੇ ਦਸਖਤ ਨੇ ਪੰਜਾਬੀ 'ਚ ਕਰਨੇ ਨੇ, ਬੈਂਕ ਜਾਣਾ ਵਾਊਚਰ ਪੰਜਾਬੀ 'ਚ ਭਰਨਾ, ਚੈੱਕ ਪੰਜਾਬੀ 'ਚ ਭਰਨਾ। ਜੇ ਅਸੀਂ ਕਿਤੇ ਜਾਂਦੇ ਹਾਂ, ਬੈਂਕ ਦੇ ਵਿੱਚ ਜਾਂਦੇ ਹਾਂ, ਤਾਂ ਪੰਜਾਬੀ ਬੋਲਣੀ ਆ, ਪੰਜਾਬੀ ਲਿਖਣੀ ਆ, ਪੰਜਾਬੀ ਪੜ੍ਹਨੀ ਆ। ਇਹੋ ਜਿਹੇ ਯਤਨ ਸਾਨੂੰ ਕਰਨੇ ਪੈਣੇ। ਤੇ ਸਾਡੇ ਜਿਹੜੇ ਕਲਾਕਾਰ ਵੀਰ ਨੇ ਜਿਹੜੇ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਨੇ, ਉਹਨਾਂ ਨੂੰ ਇਕੱਠੇ ਹੋ ਕੇ ਕੁਝ ਇਹੋ ਜਿਹਾ ਕਰਨਾ ਚਾਹੀਦਾ ਜਿਹਦੇ ਨਾਲ ਜਿਹੜੀ ਮਾਂ ਬੋਲੀ ਆ, ਵੈਸੇ ਤਾਂ ਉਹਨਾਂ ਨੇ ਬਹੁਤ ਕਲਾਕਾਰ ਨੇ ਜਿਨ੍ਹਾਂ ਨੇ ਵਿਦੇਸ਼ਾਂ 'ਚ ਜਾ ਕੇ ਸਾਡੇ ਜਿਹੜੇ ਪੰਜਾਬੀ ਮਾਂ ਬੋਲੀ ਦੇ ਜਿਹੜੇ ਝੰਡੇ ਗੱਡੇ ਨੇ, ਤੇ ਉਹਨਾਂ ਨੂੰ ਵਧਾਈ ਵੀ ਦਿੰਦੇ ਆ। ਪਰ ਉਹਨਾਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਸੰਸਥਾ ਖੜੀ ਕਰਨੀ ਚਾਹੀਦੀ ਆ, ਜਾਂ ਕੋਈ ਇਹੋ ਜਿਹਾ ਕੋਈ ਸਕੂਲ ਕਾਲਜ ਖੋਲ੍ਹਣਾ ਚਾਹੀਦਾ ਜਿੱਥੇ ਗੱਲ ਹੀ ਪੰਜਾਬੀ ਮਾਂ ਬੋਲੀ ਦੀ ਚੱਲਣੀ ਚਾਹੀਦੀ ਆ। ਇੱਕ ਭਾਸ਼ਾ ਦੀ ਗੱਲ ਹੋਣੀ ਚਾਹੀਦੀ ਆ ਵੀ ਸਾਡੀ ਪੰਜਾਬੀ ਭਾਸ਼ਾ ਹੈ ਕੀ, ਤੇ ਇਹਦੇ ਪੂਰਨ ਜਿਹੜਾ ਇਹਦਾ ਗਿਆਨ ਉੱਥੇ ਹੋਣਾ ਚਾਹੀਦਾ। ਇਹੋ ਜਿਹੇ ਸਾਨੂੰ ਉਪਰਾਲੇ ਕਰਨੇ ਚਾਹੀਦੇ ਨੇ। ਤੇ ਮਾਂ ਪਿਓ ਨੂੰ ਇਹ
ਨਿਸ਼ਚੇ ਦ੍ਰਿੜਾ ਕਰਨਾ ਲੈਣਾ ਚਾਹੀਦਾ ਕਿ ਅੱਜ ਤੋਂ ਬਾਅਦ ਸਾਡੇ ਬੱਚੇ ਚਾਹੇ ਕਨਵੈਂਟ ਸਕੂਲ 'ਚ ਪੜ੍ਹਦੇ ਨੇ, ਚਾਹੇ ਸਰਕਾਰੀ 'ਚ ਪੜ੍ਹਦੇ ਨੇ, ਜਿਹੜੇ ਮਰਜ਼ੀ ਸਕੂਲ 'ਚ ਪੜ੍ਹਦੇ ਨੇ, ਉਹ ਸਕੂਲ ਦੇ ਵਿੱਚ ਜੇ ਉਹਨਾਂ ਨੂੰ ਧੱਕੇ ਨਾਲ ਹਿੰਦੀ ਜਾਂ ਇੰਗਲਿਸ਼ ਬੁਲਾਈ ਜਾ ਰਹੀ ਆ ਤਾਂ ਉਹਦੇ ਵਿਰੁੱਧ ਆਵਾਜ਼ ਉਠਾਉਣ ਤੇ ਆਪਣੀ ਮਾਂ ਬੋਲੀ ਦੇ ਪੱਖ 'ਚ ਖੜਨ, ਕਿਉਂਕਿ ਇਹ ਭਾਸ਼ਾ ਕਿਤੇ ਐਵੇਂ ਨਹੀਂ ਹੈਗੀ, ਇਹ ਗੁਰੂਆਂ ਪੀਰਾਂ ਦੀ ਜਿਹੜੀ ਸਾਡੀ ਗੁਰੂਆਂ ਦੀ ਦਿੱਤੀ ਹੋਈ ਮਾਂ ਬੋਲੀ ਆ ਸਾਡੀ। ਇਹ ਬਹੁਤ ਮਹਾਨ ਇੱਕ ਵਡਮੁੱਲੀ ਜਿਹੜੀ ਭਾਸ਼ਾ ਸਾਡੀ, ਜਿਹੜੀ ਪੂਰੀ ਦੁਨੀਆ ਦੀ ਇੱਕ ਸੰਪੂਰਨ ਲੈਂਗੁਏਜ ਆ, ਜਿਹਨੂੰ ਆਪਾਂ ਕਹਿ ਸਕਦੇ ਹਾਂ। ਸੋ ਬਿਲਕੁਲ ਜੀ, ਮਾਂ ਬੋਲੀ ਜੇ ਭੁੱਲ ਜਾਓਗੇ ਤਾਂ ਕੱਖਾਂ ਵਾਂਗੂ ਰੁਲ ਜਾਓਗੇ। ਸੋ ਜੇਕਰ ਬੋਲੀ ਜਿਉਂਦੀ ਰਹੂਗੀ ਤਾਂ ਪੰਜਾਬ ਜਿਉਂਦਾ ਰਹੇਗਾ, ਪੰਜਾਬੀ ਜਿਉਂਦੇ ਰਹਿਣਗੇ। ਸੋ ਵਰਿੰਦਰ ਸਿੰਘ ਸੇਖੋਂ ਨੇ ਵੀ ਇਸ ਗੱਲ ਦੇ ਉੱਤੇ ਹੀ ਜ਼ੋਰ ਦਿੱਤਾ। ਸੋ ਸਾਰੇ ਪੰਜਾਬੀਆਂ ਨੂੰ ਵੀ, ਹਰ ਇੱਕ ਉਸ ਇਨਸਾਨ ਨੂੰ ਜਿਸ ਦੇ ਵਿੱਚ ਪੰਜਾਬੀ ਬੋਲੀ ਨੂੰ ਲੈ ਕੇ ਦਰਦ ਹੈ, ਉਸ ਨੂੰ ਜ਼ਰੂਰ ਇਸ ਗੱਲ ਬਾਰੇ ਸੋਚਣ ਦੀ ਲੋੜ ਹੈ ਕਿ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਦੇ ਲਈ, ਜਿਸ ਤਰ੍ਹਾਂ ਵਰਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਹਰ ਉਹ ਗੱਲ, ਹਰ ਉਹ ਚੀਜ਼ ਜਿਹੜੀ ਸਾਨੂੰ ਰੋਜ਼ਾਨਾ ਜੀਵਨ ਦੇ ਵਿੱਚ ਕਰਨੀ ਪੈਂਦੀ ਹੈ, ਭਾਵੇਂ ਉਹ ਦਫ਼ਤਰੀ ਕੰਮ ਹੈ ਜਾਂ ਕੋਈ ਹੋਰ ਤਰ੍ਹਾਂ ਦੇ ਕੰਮ ਨੇ, ਉਹਨਾਂ ਦੇ ਉੱਤੇ ਪੰਜਾਬੀ ਨੂੰ ਲਾਜ਼ਮੀ ਕਰਨਾ ਪਏਗਾ। ਉਮੀਦ ਕਰਦੇ ਹਾਂ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਏਗੀ। ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।